ਹੈਲੋ ਫਰੈਂਡ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮੀ ਕੰਪਲਸਰੀ ਵਿੱਚ। ਅੱਜ ਅਸੀਂ I2 ਪੋਇਮ ਦੇ ਕੁਐਸਚਨ ਆਨਸਰ ਲੈ ਕੇ ਆਏ ਹਾਂ। ਠੀਕ ਹੈ ਜੀ, ਪਿਛਲੀ ਵੀਡੀਓ ਦੇ ਵਿੱਚ ਆਪਾਂ ਸਟੈਂਜਾ ਵਾਈਜ਼ ਐਕਸਪਲੇਨੇਸ਼ਨ ਇਹਦੀ ਕਰ ਚੁੱਕੇ ਹਾਂ, ਤੁਸੀਂ ਉਹ ਵੀਡੀਓ ਵੀ ਜਾ ਕੇ ਦੇਖ ਲਿਓ। ਅਤੇ ਅੱਜ ਅਸੀਂ ਕੁਐਸਚਨ ਆਨਸਰ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਪੋਇਮ ਦੀ ਸੈਂਸ ਡਿਸਕਸ ਕਰਾਂਗੇ। ਅਤੇ ਸੈਂਸ ਇਹਦੀ ਇਹ ਹੈ ਵੀ ਇਹਦੇ ਵਿੱਚ ਕੀ ਹੈ, ਇੱਕ ਅਫਰੀਕਨ ਹੈ ਜੋ ਕਿ ਬਲੈਕ ਹੈ ਅਤੇ ਕੁਝ ਪੀਪਲ ਵਾਈਟ ਨੇ। ਠੀਕ ਹੈ, ਅਤੇ ਜਿਹੜੇ ਵਾਈਟ ਨੇ ਉਹ ਬਲੈਕ ਨੂੰ ਕੀ ਕਰ ਰਹੇ ਨੇ, ਪੂਰੀ ਤਰ੍ਹਾਂ ਹੇਟ ਕਰ ਰਹੇ ਨੇ। ਠੀਕ ਹੈ, ਉਹਨਾਂ ਨਾਲ ਇਕੱਠੇ ਖਾਣਾ ਨਹੀਂ ਖਾਣ ਦੇ ਰਹੇ। ਉਹਨਾਂ ਨੂੰ ਬਲੈਕ ਨੂੰ ਕਿਹਾ ਜਾਂਦਾ ਵੀ ਤੁਸੀਂ ਕਿਚਨ 'ਚ ਬੈਠ ਕੇ ਖਾਣਾ ਖਾਓ, ਜੇ ਵਾਈਟ ਦੇ ਘਰ ਗੈਸਟ ਆ ਜਾਂਦੇ ਨੇ ਤਾਂ। ਠੀਕ ਹੈ, ਅਤੇ ਬਲੈਕ ਨੂੰ ਪੂਰੀ ਤਰ੍ਹਾਂ ਉਹ ਕਰਿਆ ਜਾਂਦਾ, ਹੇਟ ਕਰਿਆ ਜਾਂਦਾ। ਠੀਕ ਹੈ ਜੀ, ਬਾਕੀ ਆਪਾਂ ਕੁਐਸਚਨ ਆਨਸਰ ਜਦੋਂ ਆਪਾਂ ਕਰਾਂਗੇ ਉਹਦੇ ਵਿੱਚ ਆਪਾਂ ਪੂਰੀ ਡਿਟੇਲ ਦੇ ਵਿੱਚ ਸਮਝਾਂਗੇ ਇਹਨੂੰ। ਠੀਕ ਹੈ, ਫਸਟ ਕੁਐਸਚਨ ਹੈਗਾ, ਵਟ ਇਜ਼ ਦ ਸਿਗਨੀਫਿਕੈਂਸ ਆਫ ਬੀਇੰਗ ਦ ਡਾਰਕਰ ਬ੍ਰਦਰਸ, ਵਾਈ ਇਜ਼ ਦ ਡਾਰਕਰ ਬ੍ਰਦਰ ਸੈਂਡ ਟੂ ਈਟ ਇਨ ਦ ਕਿਚਨ। ਕਹਿੰਦੇ ਕਿਉਂ ਸੈਂਡ ਕਰੇ ਜਾਂਦੇ ਸੀਗੇ। ਇਟ ਸਿਗਨੀਫਾਈਜ਼ ਦੈਟ ਦ ਵਾਈਟ ਅਫਰੀਕਨ, ਉਹ ਕਿਉਂ ਸੈਂਡ ਕਰੇ ਜਾਂਦੇ ਸੀ, ਕਿਉਂਕਿ ਉਹ ਬਲੈਕ ਸੀਗੇ। ਠੀਕ ਹੈ, ਬਲੈਕ ਅਫਰੀਕਨ ਆਰ ਬੋਥ ਦ ਸਨਸ ਆਫ Africa, thus they are brothers. The only difference is that one is black while the other is white. ਠੀਕ ਹੈ, ਇਹੀ ਡਿਫਰੈਂਸ ਸੀਗਾ, ਬ੍ਰਦਰ ਸੀਗੇ ਉਹ ਸਾਰੇ। ਠੀਕ ਹੈ ਜੀ, the white brother feels ashamed of eating at the same table with the black brother, so the black brother is sent to eat food in the kitchen. ਤਾਂ ਕਰਕੇ ਉਹ ਉਹਨੂੰ ਸੈਂਡ ਕਰੇ ਜਾਂਦੇ ਸੀ, ਉਹ ਸ਼ੇਮ ਫੀਲ ਕਰਦੇ ਸੀਗੇ, ਵਾਈਟ ਸੀਗੇ ਜਿਹੜੇ। ਅਗਲਾ ਕੁਐਸਚਨ ਦੇਖਦੇ ਹਾਂ, what does sing Africa means? ਕਹਿੰਦੇ ਜਿਹੜਾ ਉਹ ਗਾ ਰਿਹਾ ਹੈ ਨਾ, ਉਹਦਾ ਮਤਲਬ ਕੀ ਹੈ, ਕੌਣ ਗਾ ਰਹੇ ਹੈ, ਬਲੈਕ ਗਾ ਰਹੇ ਨੇ। ਇਟ ਮੀਨ ਸਿੰਗਿੰਗ ਸੌਂਗ ਇਨ ਪ੍ਰੇਜ਼ ਆਫ ਅਫਰੀਕਾ, ਅਫਰੀਕਾ ਨੂੰ ਪ੍ਰੇਜ਼ ਕਰ ਰਿਹਾ। ਇਟ ਕੈਨ ਮੀਨ ਸਿੰਗਿੰਗ ਦ ਨੈਸ਼ਨਲ ਐਂਥਮ ਆਫ ਅਫਰੀਕਾ। ਇਨ ਦਿਸ ਪੋਇਮ ਦ ਸਪੀਕਰ ਇਜ਼ ਐਨ ਅਫਰੀਕਨ ਐਂਡ ਹੀ ਸੇਜ਼ that he too singing the song of Africa with as much love as many white men has for his country. ਕਹਿੰਦੇ ਕਿਉਂਕਿ ਉਹ ਅਫਰੀਕਾ ਇਸ ਜਿਹੜੇ ਬਲੈਕ ਨੇ ਉਹ ਇਸ ਕਰਕੇ ਸੌਂਗ ਗਾ ਰਹੇ ਨੇ ਕਿਉਂਕਿ ਉਹ ਆਪਣੀ ਕੰਟਰੀ ਨੂੰ ਬਹੁਤ ਪਿਆਰ ਕਰਦੇ ਨੇ। Here he means to say that the black man is as much as patriotic as a white man could be toward his country, ਆਪਣੀ ਕੰਟਰੀ ਵੱਲ ਨੇ। ਠੀਕ ਹੈ, third question is the speaker upset about being sent to the kitchen when company arrives? थोड़ी जी प्रॉब्लम आ रही है, arrives, why question mark है arrives तो बाद। No, the speaker is not at all upset about it, rather he feels pleased because in the kitchens he can eat whatever he like as much he like। ਕਹਿੰਦੇ ਉਹ ਕਿਚਨ ਦੇ ਵਿੱਚ ਜਾ ਕੇ ਉਹ ਕੁਝ ਖਾ ਸਕਦੇ ਨੇ ਜੋ ਖਾਣਾ ਚਾਹੁੰਦੇ ਨੇ। ਠੀਕ ਹੈ, ਉਹਨਾਂ ਨੂੰ ਇਹ ਫਾਇਦਾ ਹੋ ਜਾਂਦਾ ਸੀ। ਮੋਰ ਓਵਰ ਹੀ ਨੋਜ਼ ਦੈਟ ਅ ਡੇ ਵਿਲ ਸੂਨ ਕਮ ਵੈਨ ਦ ਵਾਈਟ ਬ੍ਰਦਰ ਵਾਂਟਸ ਡਾਇਰ ਟੂ ਸੇ ਸੱਚ ਅ ਥਿੰਗ ਅਗੇਨ। ਕਹਿੰਦੇ ਵੀ ਅਜਿਹਾ ਦਿਨ ਆਊਗਾ ਜਿਸ ਦਿਨ ਵਾਈਟ ਹੈ ਜਿਹੜਾ ਉਹ ਬਲੈਕ ਦੇ ਨਾਲ ਇਕੱਠੇ ਬਹਿ ਕੇ ਕੀ ਕਰਨਗੇ, ਖਾਣਾ ਖਾਣਗੇ। ਠੀਕ ਹੈ ਜੀ, ਅੱਗੇ ਦੇਖਦੇ ਹਾਂ। ਫੋਰਥ ਹੈ ਜਿਹੜਾ question, has being confined to the kitchens affected his physical well-being in any way? Why? ਕਹਿੰਦੇ ਕਿਉਂ ਸੀਗਾ physically? Being confined to the kitchens has proved for him a blessing in disguise. There he can eat whatever he like as much as he like. ਉਹੀ ਗੱਲ ਹੋ ਗਈ ਵੀ ਉਹ ਫਿਜ਼ੀਕਲੀ ਤਾਂ ਉੱਥੇ ਚਲੇ ਜਾਂਦੇ ਸੀ ਕਿਉਂਕਿ ਉਹਨਾਂ ਕੋਲ ਉਹ ਕੁਝ ਖਾ ਸਕਦੇ ਸੀ ਜੋ ਚਾਹੁੰਦੇ ਨੇ। ਠੀਕ ਹੈ, ਅਤੇ ਉਹ ਫਿਜ਼ੀਕਲੀ ਕੀ ਸੀ, ਸਟਰੋਂਗ ਸੀਗੇ। ਅਗਲਾ ਦੇਖਦੇ ਹਾਂ, ਵਟ ਇਜ਼ ਦ ਸਿਗਨੀਫਿਕੈਂਸ ਆਫ ਦ ਸਪੀਕਰ ਸੇਇੰਗ ਦੈਟ ਵੈਨ ਟੂ ਵਰਡ ਕਮਸ he will sit at the table and no one can send him away। ਕਹਿੰਦੇ ਟੇਬਲ ਇਕੱਠੇ ਕਿਉਂ ਨਹੀਂ ਸੀ ਖਾਂਦੇ, ਉਹੀ ਸੀਗਾ ਵੀ ਵਾਈਟ ਹੈ ਜਿਹੜੇ ਉਹ ਹੇਟ ਕਰਦੇ ਸੀਗੇ। ਠੀਕ ਹੈ, ਅਤੇ it signified the speaker optimizes the speaker feels certain that the future is going to be quite bright for him। ਕਹਿੰਦੇ ਵੀ ਫਿਊਚਰ ਵਧੀਆ ਹੋਊਗਾ
ਜਿਹਦੇ ਨਾਲ ਕੀ ਹੋਊਗਾ, no one will then be able to humiliate him and discriminate against him। ਕਹਿੰਦੇ ਕੋਈ ਵੀ discriminate ਨਹੀਂ ਹੋਊਗਾ। ਠੀਕ ਹੈ ਜੀ। 6th question ਦੇਖਦੇ ਹਾਂ, what is the poem pointing out to in term of Africa race in Africa can you guesses। ਠੀਕ ਹੈ, ਕਿਉਂ ਉਹਨੂੰ ਉਹ ਕਰਦੇ ਸੀਗੇ, ਪੁਆਇੰਟਿੰਗ ਕਰਦੇ ਸੀ। ਠੀਕ ਹੈ, ਉਹੀ ਸੀਗਾ ਵੀ ਉਹਨਾਂ ਨੂੰ ਡਿਸਕ੍ਰਿਮੀਨੇਟ ਕਰਿਆ ਜਾਂਦਾ ਸੀਗਾ, ਅਤੇ ਜਿਹੜੇ ਬਲੈਕ ਸੀਗੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਕੌਨਫੀਡੈਂਸ ਸੀਗਾ ਵੀ ਇੱਕ ਅਜਿਹਾ ਦਿਨ ਆਊਗਾ ਜਿਸ ਦਿਨ ਅਸੀਂ ਕੀ ਹੋਵਾਂਗੇ, ਵਾਈਟ ਦੇ ਨਾਲ ਬਹਿ ਕੇ ਪੂਰਾ ਬ੍ਰੇਕਫਾਸਟ ਲੰਚ ਜਾਂ ਕੁਛ ਵੀ ਇਕੱਠੇ ਕਰਾਂਗੇ। ਠੀਕ ਹੈ। Is there a history and significance to the theme of the poem? Explain this in the light of your knowledge of African history। ਠੀਕ ਹੈ, ਵੀ ਕੀ ਸਿਗਨੀਫਿਕੈਂਟ ਕਰਦੇ ਇਹਦਾ ਥੀਮ ਕੀ ਹੈ। ਥੀਮ ਇਹੀ ਹੈ ਵੀ ਜਿਹੜੇ ਅਫਰੀਕਨ ਨੇ ਉਹ ਕੀ ਨੇ, ਨਿਗਰੋ ਨੇ। ਠੀਕ ਹੈ, ਅਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਲੇਵਰੀ ਕਰਿਆ ਜਾਂਦਾ, ਬਲੈਕ ਨੇ ਜਿਹੜੇ। ਠੀਕ ਹੈ, ਅਤੇ ਇਹ ਜਿਹੜੀ ਲੀਡ ਹੈ ਅਫਰੀਕਨ ਸਿਵਲ ਵਾਰ ਵਿੱਚ ਰਿਜ਼ਲਟਡ ਇਨ ਦਾ ਐਬੋਲਿਸ਼ਮੈਂਟ ਆਫ ਸਲੇਵਰੀ। ਠੀਕ ਹੈ, ਸਲੇਵਰੀ ਕਿਹਾ ਜਾਂਦਾ ਇੱਕ ਤਰ੍ਹਾਂ ਦਾ ਅਫਰੀਕਨ ਨੂੰ। However, the African blacks were still discriminated against. It took them against 115 years of struggle to come equality with their white brothers। ਠੀਕ ਹੈ, ਕਹਿੰਦੇ ਵੀ ਇਕੁਐਲਿਟੀ ਚਾਹੁੰਦੇ ਨੇ ਉਹ, ਡਿਸਕ੍ਰਿਮੀਨੇਸ਼ਨ ਨਹੀਂ ਚਾਹੁੰਦੇ। ਕੈਨ ਯੂ ਡਿਸਕ੍ਰਾਈਬ ਦ ਟੋਨ ਆਫ ਦ ਪੋਇਮ। ਟੋਨ ਕੀ ਹੈ, ਟੋਨ ਉਹੀ ਹੈ ਵੀ ਜਿਹੜੇ ਬਲੈਕ ਨੇ, ਠੀਕ ਹੈ, ਉਹਨਾਂ ਨਾਲ ਇੱਕ ਤਰ੍ਹਾਂ ਡਿਸਕ੍ਰਿਮੀਨੇਸ਼ਨ ਕਰਿਆ ਜਾਂਦਾ, ਉਹਨਾਂ ਨੂੰ ਇਕੱਠੇ ਖਾਣਾ ਨਹੀਂ ਖਾਣ ਦਿੱਤਾ ਜਾਂਦਾ। ਠੀਕ ਹੈ, ਜਦੋਂ ਕੋਈ ਵੀ ਗੈਸਟ ਆ ਜਾਂਦਾ ਵਾਈਟ ਦੇ ਘਰ ਤਾਂ ਬਲੈਕ ਨੂੰ ਕਿਚਨ ਦੇ ਵਿੱਚ ਭੇਜ ਦਿੱਤਾ ਜਾਂਦਾ, ਪਰ ਜਿਹੜੇ ਬਲੈਕ ਨੇ ਉਹ ਉਦਾਸ ਨਹੀਂ ਹੁੰਦੇ, ਉਹ ਫਿਰ ਵੀ ਆਪਣਾ ਇੰਜੋਏ ਕਰਦੇ ਨੇ ਆਪਣਾ ਜੋ ਚੀਜ਼ ਕਿਚਨ 'ਚ ਹੁੰਦੀ ਹੈ। ਠੀਕ ਹੈ, ਵਧੀਆ ਐਜ਼ ਹੀ ਲਾਈਕ ਜੋ ਚਾਹੁੰਦੇ ਨੇ ਉਹ ਖਾ ਲੈਂਦੇ ਨੇ। ਠੀਕ ਹੈ, ਅਤੇ ਉਹ ਵਧੀਆ ਸਟਰੋਂਗ ਬਣ ਜਾਂਦੇ ਨੇ, ਇਹੀ ਇਹਦੇ ਵਿੱਚ ਹੈ। ਠੀਕ ਹੈ ਜੀ। ਕਮੈਂਟ ਔਨ ਦਾ ਸਿਗਨੀਫਿਕੈਂਟ ਆਫ ਦਾ ਟਾਈਟਲ ਆਫ ਦਾ ਪੋਇਮ। The title of the poem I too indicates the speaker confidence and self-assertion. He is an African and his consciousness of humiliation and his people have been subjected to for generations. But he is full of confidence that a day will soon come when the white of African will realize that the black are also the sons of Africa। ਕਹਿੰਦੇ ਵੀ ਜਿਹੜੇ ਬਲੈਕ ਨੇ ਉਹ ਵਾਈਟ ਦੇ ਕੀ ਨੇ, ਸਨ ਨੇ, ਤਾਂ ਜਿਹੜੇ ਬਲੈਕ ਨੇ ਜਿਹੜੇ ਵਾਈਟ ਨੇ ਉਹਨਾਂ ਨੂੰ ਇੱਕ ਦਿਨ ਇਹ ਰਿਲਾਈਜ਼ ਹੋਊਗਾ ਵੀ ਬਲੈਕ ਨਾਲ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ। then no one will dare says to him eat in the kitchens। the title of the poem clearly reflect all this। ਠੀਕ ਹੈ, ਸਭ ਨੂੰ ਕੀ ਕਰ ਰਿਹਾ, ਰਿਫਲੈਕਟ ਕਰ ਰਿਹਾ। ਅਗਲਾ ਕੁਐਸਚਨ ਦੇਖਦੇ ਹਾਂ। Do you think that the African predicament to aptly summed up in the poem। ਠੀਕ ਹੈ, ਵੀ ਕੀ ਕਹਿ ਰਿਹਾ ਉਹ, ਵੀ ਦਰਦਨਾਕ ਜਿਹੜੀ ਪਰਿਸਥਿਤੀ ਹੈ ਉਹ ਕਿਹੜੀ ਹੈ, ਉਹੀ ਹੈ ਵੀ ਜਦੋਂ ਮਤਲਬ ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਕਰਿਆ ਜਾਂਦਾ। ਹਰੇਕ ਕੁਐਸਚਨ ਦੇ ਵਿੱਚ ਇੱਕੋ ਹੀ ਸੈਂਸ ਨਿਕਲ ਰਹੀ ਹੈ ਉਹ। ਬਟ ਦੇ ਹੈਵ ਨੋਟ ਟੂ ਮੋਰਲ ਕਰੇਜ ਆਫ ਦਾ ਐਕਸੈਪਟ ਇਟ ਓਪਨਲੀ ਈਵਨ ਨਾਓ ਵੈਨ ਸਮ ਵਿਜ਼ਟਰ ਕਮ ਦੇ ਸੈਂਡ ਦਾ ਬਲੈਕ ਸਰਵੈਂਟਸ ਟੂ ਈਟ ਇਨ ਦਾ ਕਿਚਨ। ਵੀ ਉਹਨਾਂ ਨੂੰ ਸਰਵੈਂਟ ਕਿਚਨ 'ਚ ਭੇਜਿਆ ਜਾਂਦਾ। ਠੀਕ ਹੈ। How does this poem look ahead into the future? Has this been proved right in recent years? ਵੀ ਉਹਨਾਂ ਨੂੰ ਸਹੀ ਕਰਿਆ ਜਾਂਦਾ, proved। This poem is like to estimates that stand between the puchos of histories। In this poem the speaker who is an African ਜਿਹੜਾ poet ਹੈ, poem ਸਪੀਕਰ ਕੀ ਆ, ਉਹ ਕੀ ਆ, ਅਫਰੀਕਾ ਹੈ, ਇੱਕ ਅਫਰੀਕਨ ਹੈ। ਗਿਵ ਅਸ ਦ ਜਿਲੋਪਸੀ ਆਫ ਹਿਜ਼ ਫਿਊਚਰ ਪ੍ਰੈਜੈਂਟ ਐਂਡ ਪਾਸਟ ਪ੍ਰੈਜੈਂਟ ਐਂਡ ਫਿਊਚਰਸ। ਦੇਅਰ ਵਾਜ਼ ਅ ਟਾਈਮ ਵੈਨ ਹੀ ਵਾਜ਼ ਕੈਪਟ starved and was made a tall heart all the time। ਠੀਕ ਹੈ, ਵੀ ਉਹੀ ਉਹਨਾਂ ਨੂੰ ਆਸਕ ਗੋ ਟੂ ਕਿਚਨ ਐਂਡ ਬਿਕੋਜ਼ ਵਾਈਟ ਫੀਲ ਅਸ਼ੇਮਡ ਆਫ ਈਟਿੰਗ ਵਿਦ ਹਿਮ ਐਟ ਦ ਸੇਮ ਟੇਬਲ। ਸ਼ੇਮ ਫੀਲ ਕਰਦੇ ਨੇ ਵਾਈਟ। ਹਾਊ ਡਜ਼
this poem becomes a statement of racial discrimination and injustice ਮਤਲਬ ਕਿਵੇਂ ਉਹਨੂੰ ਉਹ ਕਰਿਆ ਗਿਆ ਉਹੀ ਗੱਲ ਹੋ ਗਈ ਵੀ ਉਹਨਾਂ ਨੂੰ ਮਾਸਟਰ but when some guests come at his white master house he asks to go and kitchen in go eat in the kitchen. The white master feels it below his dignity to eat with the black man at the same table. It is clear sign of racial discrimination and injustice. ठीक है. Does the poem have a grievance that does not confine itself only to the speaker? ਕੀ ਕਹਿਣਾ ਚਾਹੁੰਦਾ? Yes, the poem does not confine itself to the speaker. The I in the poem voice the sentiments of all the optimists and explanations classes. ਵੀ ਜਿਹੜਾ I ਆ ਉਹ ਕੀ ਆ poem voice ਦਾ voice ਇੱਕ ਤਰ੍ਹਾਂ ਦੀ ਉਹਦੀ ਕਿਹਦੀ ਅਫਰੀਕਨ ਦੀ ਠੀਕ ਹੈ no oppression can continues forever operations in an evil and every evil ultimator revolves and evil door ਉਹੀ ਗੱਲ ਕਹੀ ਆ ਵੀ ashamed feel ਕਰਦੇ ਨੇ ਉਹ I too is the product of the deep disappointed and torment, but the present in the humiliation manner explain its statement. ਉਹੀ racial discrimination ਦੇ against ਨੇ ਤੇ disappointed and torment ਆ ਜਿਹੜਾ who are discriminated against ਕਿਹਦੇ against ਨੇ ਉਹ ਗੱਲ ਕੀਤੀ ਗਈ ਹੈ but the speaker expressed his protests in a humorous manner. His white master sent him to eat in the kitchen. When some visitor come, the speaker who is a black African speaker कौन है black है they laughed to himself ते उन्हें ते laugh कर रहे हैं. He goes to the kitchen and eat to his fill. Thus he makes himself strong. Here we see humor ever in pain and humiliation. ठीक है देख रहे हो in spite of the cruel treatment meted out by the whites and narrators feel no anger towards them. In fact he has some very powerful qualities. Can you list him? ਕਹਿੰਦੇ ਵੀ powerful quality ਆਹੀ ਹੈ ਉਹੀ ਗੱਲ ਵਿੱਚ ਇਹੀ ਉਹੀ ਗੱਲ ਕਹੀ ਹੈ ਵੀ ਕਿਚਨ 'ਚ ਜਾ ਕੇ ਉਹਨਾਂ ਨੂੰ ਖਾਣਾ ਖਾਣਾ ਪੈ ਰਿਹਾ ਕਿਉਂਕਿ ਉਹਨਾਂ ਨੂੰ ਜਿਹੜੇ ਵਾਈਟ ਨੇ ਉਹ ਇੱਕ ਤਰ੍ਹਾਂ ਨਾਲ ਉਹਨਾਂ ਦਾ ਮਜ਼ਾਕ ਬਣਾ ਰਹੇ ਨੇ ਠੀਕ ਹੈ linguistic Hughes is speaking not just for himself but for a race. How does the poem illustrate this? ਕਿਵੇਂ illustrate ਕੀਤਾ ਗਿਆ speeches of the whole black races in Africa. When he says that I too singing Africa, he means to say that all the African Americans love Africa as much as the white African do. It is not Hughes alone who is sent to eat in the kitchen. ਕਹਿੰਦੇ ਸਿਰਫ ਉਹਨੂੰ ਹੀ ਨਹੀਂ ਸੈਂਡ ਕਰਿਆ ਜਾਂਦਾ ਆਲ ਅਫਰੀਕਨ ਅਮੈਰੀਕਨਸ ਆਰ ਹਿਊਮੀਨੇਟਡ ਸਿਮਿਲਰਲੀ ਸਭ ਨੂੰ ਕਰਿਆ ਜਾਂਦਾ ਐਂਡ ਵੀ ਸਿਰਫ ਜਿਹੜਾ ਇਹਦੇ ਵਿੱਚ ਪੋਇਟ ਦੇ ਵਿੱਚ ਪੋਇਮ ਦੇ ਵਿੱਚ ਦੱਸਿਆ ਗਿਆ ਬਲੈਕ ਨੂੰ ਕਿਚਨ 'ਚ ਭੇਜਿਆ ਜਾਂਦਾ ਇਹ ਸਿਰਫ ਇੱਕ ਨੂੰ ਹੀ ਨਹੀਂ ਮਤਲਬ ਸਭ ਨਾਲ ਕਰਿਆ ਜਾਂਦਾ ਐਂਡ ਲਾਈਕ ਆਲ ਅਫਰੀਕਨ ਅਮੈਰੀਕਨਸ ਹੀ ਇਜ਼ ਹੋਪਫੁਲ ਦੈਟ ਵੈਰੀ ਸੂਨ ਹੀ ਟੂ ਵਿਲ ਇੰਜੋਏ ਇਕੁਅਲ ਰਾਈਟ ਵਿਦ ਹਿਜ਼ ਵਾਈਟ ਬ੍ਰਦਰ ਸਭ ਨਾਲ ਕੀ ਕਰਿਆ ਜਾਂਦਾ ਇਕੁਅਲੀ ਬਿਹੇਵ ਕਰਨਾ ਚਾਹੀਦਾ Colonial superiority is not confined only to Africa. Explain how this poem is not just about African in Africa but extended to the colonized in other countries as well. Colonialism is now a thing of bygone days and but when it existed colonial superiority was not confined to African alone. Whenever a colonial rule existed, the rule consisted of themselves to superior human beings. They treat the natives as nothing more than animal. That was what the white did in African, South Africa and Asia. ਠੀਕ ਹੈ ਜੀ ਇਹ ਕੁਐਸਚਨ ਇੰਨਾ ਇੰਪੋਰਟੈਂਟ ਨਹੀਂ ਹੈਗਾ ਤੁਸੀਂ ਇਹਨੂੰ ਛੱਡ ਸਕਦੇ ਹੋ ਅਗਲਾ ਦੇਖਦੇ ਹਾਂ ਡਿਸਕਸ ਦ ਇੰਪਲੀਕੇਸ਼ਨਸ ਆਫ ਸਿੰਗਿੰਗ ਅਫਰੀਕਾ ਹਾਊ ਡਜ਼ ਦਿਸ ਲੈਂਡ ਟੂ
patriotic color to the attitude of the speaker in the poem? Answer. In this poem the poet speaker is an African. ਇਹਦੇ ਵਿੱਚ ਕੀ ਕਿਹਾ ਵੀ ਕਲਰ ਕੀ ਨੇ, ਕਿਹੜੇ ਕਿਹੜੇ ਕਲਰ ਸਪੀਕਰ ਨੇ ਇਹਦੇ ਵਿੱਚ ਦਰਸਾਏ ਗਏ ਨੇ। ਸਭ ਤੋਂ ਪਹਿਲਾਂ ਕੀ ਦਰਸਾਇਆ ਗਿਆ ਵੀ ਉਹ ਸਿੰਗਿੰਗ ਸੌਂਗ ਕਰ ਰਿਹਾ, ਠੀਕ ਹੈ, ਪ੍ਰੇਜ਼ ਕਰ ਰਿਹਾ ਅਫਰੀਕਾ ਨੂੰ। ਉਹ ਤੋਂ ਬਾਅਦ ਕੀ ਕਿਹਾ, ਥਿੰਕ ਦੈਟ ਦੇ ਆਰ ਐਜ਼ ਮਚ ਐਜ਼ ਦ ਸਨ ਆਫ ਅਫਰੀਕਾ ਐਜ਼ ਦ ਵਾਈਟ ਆਰ, that is why he calls himself their darker brother, really the very beneath breath of the speaker has a deep patriotic flavor। ਠੀਕ ਹੈ, ਵਧੀਆ ਉਹਨੂੰ ਡਾਰਕਰ ਬ੍ਰਦਰ ਕਿਹਾ ਗਿਆ। ਤੇ linguistic Hughes touches the heart of the African Americans in this poem। how does he do it? ਕਿਵੇਂ ਕਰ ਰਿਹਾ ਉਹ, ਠੀਕ ਹੈ। heart Hughes touches the heart of the African American because he voices their feeling as his own। ਕਿਉਂਕਿ ਉਹਦੀ ਆਪਣੀ ਵੋਇਸ ਹੈ, ਇਸ ਕਰਕੇ ਉਹਨੂੰ ਹਾਰਟ ਟੱਚਸ ਕਰ ਰਹੀ ਹੈ। when he says I to singing America, he voices the pride of every colored person in their country, and when he says they send me to eat in the kitchen, he voices the humiliations of very black at the hand of the white, and he hold for them a powerful beams of hope when he says। ਮਤਲਬ ਕੀ ਕਰਨ ਦਾ ਨਾਲ ਬੈਡ ਬਿਹੇਵ ਕਰਨ ਦਾ ਲਿੰਗਸਟਨ ਹਿਊਜ਼ ਨਾਲ। ਲਾਸਟ ਕੁਐਸਚਨ ਦੇਖਦੇ ਹਾਂ। is there a spirit of defenses in the poem I too? how would you justify your answer? ਮਤਲਬ ਕਿਵੇਂ ਜਸਟੀਫਾਈ ਕੀਤਾ ਗਿਆ, ਠੀਕ ਹੈ। I do not find any spirit of define, ਮਤਲਬ ਕੀ ਕਰਿਆ ਗਿਆ ਇਹਦੇ ਵਿੱਚ। ਅਮੈਰੀਕਨ ਅਫਰੀਕਨ ਅਮੈਰੀਕਨ ਕਿਹਾ, ਉਹ ਡਿਸਐਗਰੀ ਆ ਕਿਤੋਂ, ਵਾਈਟ ਜਿਹੜੇ ਜੋ ਕਿ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕਰ ਰਹੇ ਨੇ ਬਲੈਕ ਦੇ ਨਾਲ, ਠੀਕ ਹੈ। ਤੇ ਵਾਈਟ ਨੇ ਜਿਹੜੇ ਮੈਨ ਉਹ ਕੀ ਕਹਿ ਰਹੇ ਨੇ, ਆਸਕ ਕਹਿ ਰਹੇ ਨੇ ਹਿਮ, ਉਹ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਆਸਕ ਹਿਮ ਟੂ ਗੋ ਐਂਡ ਗੋ ਇਨ ਦ ਕਿਚਨ, ਗੋ ਐਂਡ ਈਟ ਇਨ ਦ ਕਿਚਨ। ਦ ਸਪੀਕਰ ਡਜ਼ ਨੋਟ ਅਟਰ ਅ ਵਰਡ, ਮਤਲਬ ਉਹ ਵਰਡ ਇਹ ਨਹੀਂ ਸੁਣ ਪਾ ਰਿਹਾ, ਤੇ ਹੀ ਸਿੰਪਲੀ ਗੋਜ਼ ਟੂ ਦ ਕਿਚਨ ਐਂਡ ਈਟ ਟੂ ਹਿਜ਼ ਫੁੱਲ ਪੇਟ ਭਰ ਕੇ ਖਾਂਦੇ ਨੇ ਅਤੇ ਆਪਣਾ ਇੰਜੋਏ ਕਰਦੇ ਨੇ, ਹੈਲਥ ਦੀ ਆਪਣਾ ਹੈਲਥੀ ਰਹਿੰਦੇ ਨੇ, ਠੀਕ ਹੈ। ਇਹ ਸੀਗੇ ਆਪਣੇ ਅੱਜ ਦੇ ਕੁਐਸਚਨ ਆਨਸਰ। ਤੁਹਾਨੂੰ ਜੇ ਇਹਨਾਂ 'ਚੋਂ ਕੋਈ ਵੀ ਡਾਊਟ ਹੋਇਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ, ਠੀਕ ਹੈ। ਪੇਪਰਾਂ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰ ਦਿਓ, ਤੁਹਾਡੇ ਪੇਪਰ ਨੇੜੇ ਹੀ ਨੇ। ਜਿਵੇਂ ਹੁਣ ਨਵੰਬਰ ਦੇ ਲਾਸਟ ਦੇ ਵਿੱਚ ਤੁਹਾਡੀ ਡੇਟ ਸ਼ੀਟ ਆ ਜਾਣੀ ਹੈ, ਠੀਕ ਹੈ। ਅਗਲੀ ਵੀਡੀਓ ਦੇ ਵਿੱਚ ਮੈਂ ਇੰਪੋਰਟੈਂਟ ਨੋਟਸ ਲੈ ਕੇ ਆਊਂਗੀ, ਠੀਕ ਹੈ ਜੀ। ਓਕੇ, ਥੈਂਕ ਯੂ।